ਵਾਹਿਗੁਰੂ ਸਾਹਿਬ ਜੀ। ਸਾਧ ਸੰਗਤ ਕਰ ਸਾਧਨਾ, ਪਿਰਮ ਪਿਆਲਾ ਅਜਰ ਜਰਣਾ। ਪੈਰੀ ਪੈ ਪਾਖਾ ਕੋਏ, ਆਪ ਗਵਾਏ ਜੀਵੰਦਿਆਂ ਮਰਣਾ। ਜੀਵਨ ਮੁਕਤ ਵਖਾਣੀਐ, ਮਰ ਮਰ ਜੀਵਨ ਡੁੱਬ ਡੁੱਬ ਤਰਣਾ। ਸ਼ਬਦ ਸੁਰਤ ਲਿਵ ਲੀਨ ਹੋਏ, ਅਪਿਓ ਪੀਅਣ ਤੈ ਔਚਰ ਚਰਣਾ। ਅਨਹਦ ਨਾਦ ਅਵੇਸ ਕਰ, ਅੰਮ੍ਰਿਤ ਵਾਣੀ ਨਿਜਰ ਚਰਣਾ। ਕਰਨ ਕਾਰਨ ਸਮਰੱਥ ਹੋਏ, ਕਾਰਨ ਕਰਨ ਨਾ ਕਾਰਨ ਕਰਣਾ। ਪਤਤ ਉਦਾਹਰਣ ਅਸਰਣ ਸਰਣਾ, ਪਤਤ ਉਦਾਹਰਣ ਅਸਰਣ ਸਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। 18ਵੀਂ ਵਾਰ ਦੀ 16ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਵਿੱਚ ਗੁਰਮੁਖ ਜਿਹੜੇ ਹੁੰਦੇ ਆ ਉਹ ਜੀਵਨ ਮੁਕਤ ਹੁੰਦੇ ਹੈ। ਗੁਰਮੁਖਾਂ ਦੀ ਸਾਧਨਾ ਔਰ ਉਹ ਜੀਵਨ ਮੁਕਤ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਦੀ ਬਾਂਹ ਫੜਨ ਵਾਲੇ ਹੁੰਦੇ। ਇਸ ਪੌੜੀ ਵਿੱਚ ਗੁਰਮੁਖਾਂ ਦਾ ਜ਼ਿਕਰ ਕਰ ਰਹੇ ਹਨ। ਵਾਹਿਗੁਰੂ ਜੀ। ਸਾਧ ਸੰਗਤ ਕਰ ਸਾਧਨਾ, ਪਿਰਮ ਪਿਆਲਾ ਅਜਰ ਜਰਣਾ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਗੁਰਮੁਖ ਪਿਆਰੇ ਸਾਧ ਸੰਗਤ ਦੇ ਵਿੱਚ ਸਾਧਨਾ ਕਰਦੇ ਹੈ। ਭਾਵ ਸਾਧ ਸੰਗਤ ਦੇ ਵਿੱਚ ਨਾਮ ਸਿਮਰਨ ਬੰਦਗੀ ਅਭਿਆਸ ਕਰਦੇ ਹੈ, ਸੰਗਤ ਦੀ ਸੇਵਾ ਕਰਦੇ ਹੈ, ਗੁਰੂ ਚਰਨਾਂ ਦੇ ਨਾਲ ਜੁੜੇ ਰਹਿੰਦੇ ਹੈ। ਸੋ ਸਾਧ ਸੰਗਤ ਦੇ ਵਿੱਚ ਗੁਰਮੁਖਾਂ ਨੇ ਸਾਧਨਾ ਕੀਤੀ ਹੈ। ਪਿਰਮ ਪਿਆਲਾ ਅਜਰ ਜਰਣਾ, ਪ੍ਰੇਮ ਦਾ ਅਜਰ ਪਿਆਲਾ ਗੁਰਮੁਖਾਂ ਨੇ ਜਰਿਆ ਹੈ। ਪ੍ਰੇਮ ਪਿਆਲੇ ਨੂੰ ਪੀ ਕੇ ਉਹ ਖੀਵੇ ਹੋ ਜਾਂਦੇ ਹੈ, ਮਸਤ ਹੋ ਜਾਂਦੇ ਹੈ, ਗੁਰੂ ਚਰਨਾਂ ਦੇ ਵਿੱਚ ਲੀਨ ਰਹਿੰਦੇ ਹੈ, ਗੁਰੂ ਤੋਂ ਕੁਰਬਾਨ ਹੋ ਜਾਂਦੇ ਹੈ। ਸੋ ਇਹ ਜਿਹੜਾ ਪ੍ਰੇਮ ਪਿਆਲਾ ਅਜਰ, ਜਿਹਨੂੰ ਜਰਨਾ ਬੜਾ ਔਖਾ ਹੈ, ਉਸ ਨੂੰ ਜਰਦੇ ਹੈ ਔਰ ਕਦੇ ਵੀ ਆਪਣਾ ਆਪ ਪ੍ਰਗਟ ਨਹੀਂ ਕਰਦੇ। ਅਧਿਆਤਮ ਮਾਰਗ 'ਤੇ ਚੱਲਦਿਆਂ ਹੋਇਆਂ ਜੋ ਰਹਿਮਤਾਂ ਮਿਲੀਆਂ, ਉਹਨਾਂ ਦਾ ਵੀ ਪ੍ਰਦਰਸ਼ਨ ਨਹੀਂ ਕਰਦੇ, ਸਦਾ ਗੁਰੂ ਦਾ ਸ਼ੁਕਰਾਨਾ ਕਰਦੇ ਹੈ।
ਪੈਰੀ ਪੈ ਪਾਖਾ ਕੋ ਹੋਏ, ਆਪ ਗਵਾਏ ਜੀਵੰਦਿਆਂ ਮਰਣਾ। ਕਿਉਂਕਿ ਗੁਰਮੁਖ ਪਿਆਰੇ ਗੁਰੂ ਜੀ ਦੇ ਪੈਰੀਂ ਪੈ ਕੇ ਪਾਖਾਕ ਹੋਏ, ਚਰਨ ਧੂੜ ਬਣ ਜਾਂਦੇ ਹੈ। ਆਪ ਗਵਾਏ, ਅਤੇ ਉਹਨਾਂ ਨੇ ਆਪਣਾ ਆਪ ਗਵਾ ਲਿਆ ਗੁਰਮੁਖਾਂ ਨੇ, ਜੀਵੰਦਿਆਂ ਮਰਨਾ। ਅਤੇ ਇਸ ਤਰ੍ਹਾਂ ਉਹ ਜਿਉਂਦਿਆਂ ਹੀ ਮਰਨਾ ਤੋਂ ਭਾਵ ਮੋਏ ਹੋਏ ਹੈ। ਉਹਨਾਂ ਦੇ ਵਿੱਚ ਹੰਕਾਰ ਨਹੀਂ ਹੈ, ਗੁਣਾਂ ਦਾ, ਧਨ ਦੌਲਤ ਦਾ ਕੋਈ ਹੰਕਾਰ ਨਹੀਂ। ਉਹ ਸੰਸਾਰ ਵਾਲੇ ਪਾਸਿਓਂ ਮਰੇ ਹੋਏ ਹੈ ਅਤੇ ਨਿਰੰਕਾਰ ਵਾਲੇ ਪਾਸੇ ਜਿਉਂਦੇ ਹੈ। ਐਸੇ ਹੁੰਦੇ ਹੈ ਗੁਰਮੁਖ, ਨਿਮਰਤਾ ਦੇ ਵਿੱਚ ਰਹਿੰਦੇ ਹੈ। ਜੀਵਨ ਮੁਕਤ ਵਖਾਣੀ ਹੈ, ਮਰ ਮਰ ਜੀਵਨ ਡੁੱਬ ਡੁੱਬ ਤਰਨਾ। ਗੁਰਮੁਖ ਉਹਨਾਂ ਨੂੰ ਜੀਵਨ ਮੁਕਤ ਕਹੀਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਜਿਨ੍ਹਾਂ ਦਾ ਮੈਂ ਉੱਪਰ ਜ਼ਿਕਰ ਕੀਤਾ ਹੈ, ਸਾਧ ਸੰਗਤ ਵਿੱਚ ਸਾਧਨਾ ਕਰਦੇ ਹੈ, ਪ੍ਰੇਮ ਦੇ ਅਜਰ ਪਿਆਲੇ ਨੂੰ ਜਰ ਕੇ ਪੀਂਦੇ ਹੈ, ਗੁਰੂ ਚਰਨਾਂ ਦੀ ਧੂੜ ਬਣ ਜਾਂਦੇ ਹੈ। ਇਹੋ ਜਿਹੇ ਜਿਹੜੇ ਹਨ ਉਹਨਾਂ ਨੂੰ ਜੀਵਨ ਮੁਕਤ ਕਿਹਾ ਜਾਂਦਾ ਗੁਰਮੁਖਾਂ ਨੂੰ। ਮਰ ਮਰ ਜੀਵਨ ਡੁੱਬ ਡੁੱਬ ਤਰਨਾ। ਅਤੇ ਗੁਰਮੁਖ ਪਿਆਰੇ ਮਾਇਆ ਵੱਲੋਂ ਮਰ ਕੇ, ਸੰਸਾਰ ਵੱਲੋਂ ਮਰ ਕੇ ਨਿਰੰਕਾਰ ਦੇ ਵੱਲ ਜਿਉਂਦੇ ਹੈ, ਪਰਮੇਸ਼ਰ ਦੇ ਪ੍ਰੇਮ ਵਿੱਚ ਜਿਉਂਦੇ ਹੈ। ਡੁੱਬ ਡੁੱਬ ਤਰਨਾ, ਅਤੇ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਡੁੱਬ ਡੁੱਬ ਕੇ ਸੰਸਾਰ ਤੋਂ ਤਰ ਜਾਂਦੇ ਹੈ। ਪ੍ਰੇਮ ਦੇ ਵਿੱਚ ਡੁੱਬਣ ਤੋਂ ਭਾਵ ਸਦਾ ਹੀ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਖੀਵੇ ਹੋਏ ਰਹਿੰਦੇ ਹੈ, ਮਸਤ ਹੋਏ ਰਹਿੰਦੇ ਹੈ। ਗੁਰਮੁਖਾਂ ਦਾ ਨਿਰੰਕਾਰ ਦੇ ਨਾਲ ਬਹੁਤਾ ਪ੍ਰੇਮ ਹੁੰਦਾ ਹੈ। ਉਹ ਤਾਂ ਕਦੇ ਵਿਸਾਰਦੇ ਹੀ ਨਹੀਂ ਪਰਮਾਤਮਾ ਨੂੰ, ਪ੍ਰਭੂ ਦੇ ਨਾਮ ਨੂੰ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਹਜ਼ੂਰ ਜੀ ਫਰਮਾਉਂਦੇ, ਜਦੋਂ ਆਖਦਾ ਹਾਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਜਿਉਂਦਾ ਹਾਂ, ਅਤੇ ਜੇ ਨਾਮ ਭੁੱਲ ਗਿਆ ਤਾਂ ਉਦੜ ਮੌਤ ਹੈ। ਸੋ ਗੁਰਮੁਖ ਸਦਾ ਹੀ ਵਾਹਿਗੁਰੂ ਦੀ ਯਾਦ ਵਿੱਚ ਰਹਿੰਦੇ ਹੈ, ਮਾਇਆ ਵੱਲੋਂ ਮਰੇ ਹੈ, ਪ੍ਰਭੂ ਦੇ ਪ੍ਰੇਮ ਵਿੱਚ ਡੁੱਬ ਡੁੱਬ ਕੇ ਸੰਸਾਰ ਤੋਂ ਤਰਦੇ ਹੈ। ਸ਼ਬਦ ਸੁਰਤ ਲਿਵ ਲੀਣ ਹੋਏ, ਅਪਿਓ ਪੀਣ ਤੈ ਔਚਰ ਚਰਣਾ। ਸ਼ਬਦ ਦੀ ਗਿਆਤ ਦੇ ਵਿੱਚ ਸਦਾ ਹੀ ਮਸਤ ਰਹਿੰਦੇ ਹੈ। ਅਪਿਓ ਪੀਣ, ਨਾਮ ਅੰਮ੍ਰਿਤ ਨੂੰ ਪੀਂਦੇ ਹੈ, ਅਤੇ ਜਿਹੜੇ ਵਿਸ਼ੇ ਚਰੇ ਨਹੀਂ ਜਾ ਸਕਦੇ, ਕਾਬੂ ਨਹੀਂ ਕੀਤੇ ਜਾ ਸਕਦੇ, ਉਹਨਾਂ ਵਿਸ਼ਿਆਂ ਨੂੰ, ਹੰਕਾਰ ਨੂੰ ਗੁਰਮੁਖਾਂ ਨੇ ਖਤਮ ਕਰ ਦਿੱਤਾ ਹੈ। ਚਰ ਲਿਆ ਮਤਲਬ ਖਾ ਲਿਆ। ਜਿੰਨੇ ਵਿਸ਼ੇ ਵਿਕਾਰ ਹਨ ਸਾਰੇ ਹੀ ਉਹਨਾਂ ਨੇ ਮੁਕਾ ਦਿੱਤੇ ਹੈ। ਕੋਈ ਹਿਰਦੇ ਵਿੱਚ ਵਿਕਾਰ ਨਹੀਂ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ। ਸੋ ਐਸੇ ਗੁਰਮੁਖਾਂ ਦਾ ਜੀਵਨ ਹੁੰਦਾ ਹੈ। ਅਨਹਦ ਨਾਦ ਅਵੇਸ ਕਰ, ਅੰਮ੍ਰਿਤ ਬਾਣੀ ਨਿਜਰ ਚਰਣਾ। ਅਨਹਦ ਨਾਦ, ਉਹ ਸ਼ਬਦ ਜੋ ਹੱਦ ਬੰਨੇ ਤੋਂ ਬਿਨਾਂ ਹੈ। ਅਨਹਦ ਨਾਦ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਅੰਮ੍ਰਿਤ ਬਾਣੀ ਨਿਜਰ ਚਰਣਾ, ਅਤੇ ਇੱਕ ਰਸ ਅੰਮ੍ਰਿਤ ਬਾਣੀ ਸਦਾ ਹੀ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਝਰਦੀ ਰਹਿੰਦੀ ਹੈ। ਅੰਮ੍ਰਿਤ ਬਾਣੀ ਦੇ ਝਰਨੇ ਸਦਾ ਹੀ ਹਿਰਦੇ ਵਿੱਚ ਵਹਿੰਦੇ ਹੈ। ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦੀ ਰੌਂ ਸਦਾ ਹੀ ਚੱਲਦੀ ਰਹਿੰਦੀ ਹੈ। ਉਹ ਤਾਂ ਸਵਾਸ ਸਵਾਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਰਹਿੰਦੇ ਹੈ। ਕਰਨ ਕਾਰਨ ਸਮਰੱਥ ਹੋਏ, ਕਾਰਨ ਕਰਨ ਨਾ ਕਾਰਨ ਕਰਨਾ। ਨਾਮ ਜਪਦਿਆਂ ਜਪਦਿਆਂ ਪ੍ਰਭੂ ਦੇ ਵਿੱਚ ਅਭੇਦ ਹੁੰਦੇ ਹੈ ਗੁਰਮੁਖ। ਪਰਮਾਤਮਾ ਦੇ ਨਾਲ ਇਕਮਿਕ ਹੋ ਜਾਂਦੇ ਹੈ, ਪ੍ਰਭੂ ਦਾ ਰੂਪ ਹੋ ਜਾਂਦੇ ਹੈ, ਸਮਰੱਥ ਬਣ ਜਾਂਦੇ ਹੈ। ਕਰਨ ਕਾਰਨ ਸਮਰੱਥ ਹੋਏ, ਕਾਰਨਾਂ ਨੂੰ ਕਰਨ ਦੇ ਸਮਰੱਥ ਹੋ ਜਾਂਦੇ ਹੈ। ਜੋ ਚਾਹੁਣ ਉਹ ਕਰ ਸਕਦੇ ਹੈ।
ਨਾ ਕਾਰਨ ਕਰਨਾ। ਫਿਰ ਵੀ ਉਹ ਕਾਰਨਾਂ ਨੂੰ ਨਹੀਂ ਕਰਦੇ, ਕਿਉਂਕਿ ਉਹ ਰੱਬ ਦੇ ਭਾਣੇ ਵਿੱਚ ਰਹਿੰਦੇ ਹੈ। ਕਰ ਸਾਰਾ ਕੁਝ ਕਰ ਸਕਦੇ ਹੈ, ਪਰ ਜਿਵੇਂ ਰੱਬ ਦੀ ਰਜ਼ਾ ਹੁੰਦੀ ਹੈ ਉਹਦੇ ਤੋਂ ਉਲਟ ਨਹੀਂ ਚੱਲਦੇ। ਭਾਈ ਭਿਖਾਰੀ ਜੀ ਨੂੰ ਪਤਾ ਸੀ ਨਾ, ਸਾਰਾ ਕੁਝ ਪਤਾ ਸੀ ਕਿ ਮੇਰੇ ਪੁੱਤਰ ਨੇ ਅਕਾਲ ਚਲਾਣਾ ਕਰ ਜਾਣਾ। ਪਤਾ ਹੁੰਦਿਆਂ ਪਰਮੇਸ਼ਰ ਦੇ ਭਾਣੇ ਵਿੱਚ ਰਹੇ। ਅਤੇ ਭਾਈ ਗੁਰਮੁਖ ਨੇ ਕਿਹਾ ਸੀ, ਅਤੇ ਜੇ ਭਾਈ ਭਿਖਾਰੀ ਜੀ ਤੁਹਾਨੂੰ ਪਹਿਲਾਂ ਹੀ ਪਤਾ ਸੀ ਤਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰ ਦਿੰਦੇ, ਉਹ ਤੁਹਾਡੇ ਪੁੱਤਰ ਦੀ ਉਮਰ ਵਧਾ ਦਿੰਦੇ। ਅਤੇ ਭਾਈ ਭਿਖਾਰੀ ਨੇ ਕਿਹਾ ਰੱਬ ਦੀ ਰਜ਼ਾ ਵਿੱਚ ਰਹੋ। ਮਹਾਰਾਜ ਤਾਂ ਉਮਰ ਵਧਾ ਦਿੰਦੇ, ਪਰ ਫਿਰ ਰੱਬ ਦੀ ਰਜ਼ਾ ਮਿਟੀ ਜਾਣੀ ਸੀ, ਉਹਦੇ ਤੋਂ ਉਲਟ ਹੋ ਜਾਣਾ ਸੀ। ਸੋ ਸਭ ਕੁਝ ਕਰਨ ਦੇ ਸਮਰੱਥ ਹਨ, ਪਰ ਰੱਬੀ ਭਾਣੇ ਵਿੱਚ ਉਹਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਆ ਗੁਰਮੁਖ। ਪਤਤ ਉਦਾਹਰਣ ਅਸਰਣ ਸਰਣਾ। ਗੁਰਮੁਖ ਪਿਆਰੇ ਪਾਪੀਆਂ ਦਾ ਉਧਾਰ ਕਰਨ ਵਾਲੇ ਹੈ। ਪਾਪੀਆਂ ਨੂੰ ਸੰਸਾਰ ਭੋਜਲ ਤੋਂ ਪਾਰ ਕਰਦੇ ਹੈ। ਉਹ ਜੁਗਤੀ ਵੇਖਦੇ ਹੈ ਕਿਹੜੀ ਜੁਗਤੀ ਦੇ ਨਾਲ ਇਹ ਪਾਪਾਂ ਦੇ ਵਿੱਚੋਂ ਬਾਹਰ ਨਿਕਲੇ ਅਤੇ ਇਹਦਾ ਪਾਰ ਉਤਾਰਾ ਹੋ ਜਾਏ। ਜਿਵੇਂ ਗਨਕਾ ਨੂੰ ਮਹਾਂਪੁਰਖਾਂ ਨੇ ਤੋਤਾ ਦਿੱਤਾ ਸੀ, ਇਹਨੂੰ ਨਾਮ ਜਪਾਵੀਂ, ਪਾਰ ਉਤਾਰਾ ਹੋ ਗਿਆ ਗਨਕਾ ਦਾ। ਤੋਤੇ ਦਾ ਤੇ ਵਿੱਚ ਇੱਕ ਬਹਾਨਾ ਸੀ ਕਿ ਤੂੰ ਰਾਮ ਰਾਮ ਕਿਹਾ ਕਰ, ਇਹਨੂੰ ਵੀ ਕਹਾਇਆ ਕਰ, ਦੋਵਾਂ ਦਾ ਪਾਰ ਉਤਾਰਾ ਹੋ ਗਿਆ। ਸੋ ਪਾਪੀਆਂ ਨੂੰ ਗੁਰਮੁਖ ਪਾਰ ਕਰਨ ਵਾਲੇ ਹਨ। ਅਸਰਣ ਸਰਣਾ, ਜਿਨ੍ਹਾਂ ਨੂੰ ਕੋਈ ਸ਼ਰਨ ਨਹੀਂ ਦਿੰਦਾ, ਪਨਾਹ ਨਹੀਂ ਦਿੰਦਾ, ਗੁਰਮੁਖ ਉਹਨਾਂ ਨੂੰ ਸ਼ਰਨ ਦੇਣ ਵਾਲੇ। ਗੁਰਮੁਖ ਉਹਨਾਂ ਦੀ ਬਾਂਹ ਫੜਨ ਵਾਲੇ ਹੈ ਅਤੇ ਸ਼ਰਨ ਦੇ ਕਰਕੇ ਉਹਨਾਂ ਨੂੰ ਮੁਕਤ ਕਰ ਦਿੰਦੇ ਹੈ। ਅਗਲੀ 17ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਹੈ, ਗੁਰਮੁਖ ਭੈ ਵਿੱਚ ਜੰਮਣਾ, ਭੈ ਵਿੱਚ ਰਹਿਣਾ, ਭੈ ਵਿੱਚ ਚੱਲਣਾ। ਗੁਰਮੁਖ ਰੱਬੀ ਭੈ ਦੇ ਵਿੱਚ ਹੀ ਜੰਮਦੇ ਹੈ, ਜਨਮ ਲੈਂਦੇ ਹੈ। ਰੱਬੀ ਭੈ ਵਿੱਚ ਹੀ ਸਾਰੀ ਉਮਰ ਰਹਿੰਦੇ ਹੈ। ਭੈ ਵਿੱਚ ਚੱਲਣਾ, ਅਤੇ ਅੰਤ ਵੇਲੇ ਵੀ ਵਾਹਿਗੁਰੂ ਦੇ ਭੈ ਦੇ ਵਿੱਚ ਹੀ ਸੰਸਾਰ ਤੋਂ ਉਹਨਾਂ ਦਾ ਜਾਣਾ ਹੁੰਦਾ ਹੈ। ਰੱਬ ਦੇ ਭੈ ਵਿੱਚ ਹੀ ਜਨਮ, ਉਹਦੇ ਭੈ ਵਿੱਚ ਹੀ ਜ਼ਿੰਦਗੀ ਬਤੀਤ ਕਰਦੇ ਹੈ, ਅਤੇ ਉਹਦੇ ਭੈ ਵਿੱਚ ਹੀ ਅੰਤ ਸਮੇਂ ਜਦੋਂ ਜਾਂਦੇ ਦੁਨੀਆ ਤੋਂ, ਉਹਦੇ ਭੈ ਵਿੱਚ ਸਿਰਫ ਇੱਕ ਪਰਮਾਤਮਾ ਦਾ ਭੈ ਹੁੰਦਾ ਉਹਨਾਂ ਦੇ ਮਨ ਵਿੱਚ, ਰੱਬ ਤੋਂ ਡਰਦੇ ਹੈ। ਬਾਕੀ ਹੋਰ ਕਿਸੇ ਪ੍ਰਕਾਰ ਦਾ ਭੈ ਗੁਰਮੁਖਾਂ ਦੇ ਮਨ ਵਿੱਚ ਨਹੀਂ ਹੁੰਦਾ। ਨਾ ਉਹ ਡਰਦਾ ਨਾ ਡਰਾਉਂਦਾ ਹੈ, ਕਿਉਂਕਿ ਉਹ ਗਿਆਨਵਾਨ ਪੁਰਸ਼ ਹੈ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉਹਨੂੰ ਗਿਆਨੀ ਕਿਹਾ ਜਾਂਦਾ ਹੈ। ਅਤੇ ਗਿਆਨਵਾਨ ਪੁਰਸ਼ ਦੀ ਨਿਸ਼ਾਨੀ ਇਹੀ ਹੈ, ਨਾ ਉਹ ਡਰਦਾ ਅਤੇ ਨਾ ਡਰਾਉਂਦਾ। ਉਹ ਤਾਂ ਰੱਬੀ ਭੈ ਵਿੱਚ ਰਹਿੰਦਾ ਹੈ, ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦਾ ਹੈ। ਸਾਧ ਸੰਗਤ ਭੈ ਭਾਏ ਵਿੱਚ, ਭਗਤ ਵਸ਼ਲ ਕਰ ਅਛਲ ਛਲਣਾ। ਸਾਧ ਸੰਗਤ ਦੇ ਵਿੱਚ ਗੁਰਮੁਖ ਨੂੰ ਭੈ ਅਤੇ ਭਾਏ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ। ਭੈ ਕਿਸ ਦਾ? ਰੱਬ ਦਾ, ਅਤੇ ਭਾਏ ਪ੍ਰੇਮ। ਇਹ ਦੋ ਸ਼ਬਦ ਨੇ, ਭੈ ਅਤੇ ਭਾਏ। ਸਾਧ ਸੰਗਤ ਦੇ ਵਿੱਚੋਂ ਗੁਰਮੁਖਾਂ ਨੂੰ ਭੈ ਦੀ ਅਤੇ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ। ਰੱਬੀ ਪ੍ਰੇਮ ਮਿਲਦਾ ਸੰਗਤ ਦੇ ਵਿੱਚੋਂ। ਭਗਤ ਵਸ਼ਲ ਕਰ ਅਛਲ ਛਲਣਾ। ਸਾਧ ਸੰਗਤ ਦੇ ਵਿੱਚ ਟਿਕ ਕੇ ਗੁਰਮੁਖ ਪਿਆਰੇ ਪ੍ਰਭੂ ਦੀ ਭਗਤੀ ਕਰਦੇ ਹੈ, ਅਤੇ ਪਰਮਾਤਮਾ ਭਗਤ ਵਸ਼ਲ ਹੈ, ਉਹਨੂੰ ਭਗਤੀ ਪਿਆਰੀ ਲੱਗਦੀ ਹੈ। ਭਗਤੀ ਕਰਕੇ ਗੁਰਮੁਖ ਪਿਆਰੇ ਨਾ ਛਲੇ ਜਾਣ ਵਾਲੇ ਪਰਮਾਤਮਾ ਨੂੰ ਛਲ ਲੈਂਦੇ ਹੈ, ਮਤਲਬ ਪ੍ਰਭੂ ਨੂੰ ਵਸ ਵਿੱਚ ਕਰ ਲੈਂਦੇ ਹੈ। ਪਰਮਾਤਮਾ ਫਿਰ ਉਹਨਾਂ ਦੇ ਬਚਨਾਂ ਨੂੰ ਮੋੜਦਾ ਨਹੀਂ। ਨਿਰੰਕਾਰ ਕਹਿੰਦਾ ਇਹ ਮੇਰੇ ਪਿਆਰੇ ਹਨ, ਔਰ ਇਹਨਾਂ ਪਿਆਰਿਆਂ ਦੇ ਬੋਲਾਂ ਨੂੰ ਮੈਂ ਮੋੜਨਾ ਨਹੀਂ। ਸੋ ਪਰਮਾਤਮਾ ਕਿਰਪਾ ਕਰਦਾ ਹੈ, ਬਖਸ਼ਿਸ਼ਾਂ ਕਰਦਾ ਉਹਨਾਂ ਗੁਰਮੁਖਾਂ ਦੇ ਉੱਤੇ।
ਜਲ ਵਿੱਚ ਕਵਲ ਅਲਿਪਤ ਹੋਏ, ਆਸ ਨਿਰਾਸ ਭਲੇ ਵੈ ਵਲਣਾ। ਜਿਵੇਂ ਪਾਣੀ ਵਿੱਚ ਰਹਿੰਦਾ ਹੋਇਆ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਪਾਣੀ ਦੇ ਅਸਰ ਤੋਂ ਉੱਪਰ ਹੁੰਦਾ ਹੈ, ਇਸੇ ਤਰ੍ਹਾਂ ਗੁਰਮੁਖ ਪਿਆਰੇ ਸੰਸਾਰ ਦੇ ਕੰਮਾਂ ਕਾਰਾਂ ਧੰਦਿਆਂ ਵਿੱਚ ਰਹਿੰਦੇ ਹੋਏ ਆਸ ਤੋਂ ਨਿਰਾਸੇ ਰਹਿੰਦੇ ਹੈ। ਉਹਨਾਂ ਦੇ ਮਨ ਦੇ ਵਿੱਚ ਬਹੁਤੇ ਸੰਸਾਰੀ ਪਦਾਰਥਾਂ ਦੀ ਇੱਛਾ ਨਹੀਂ ਹੁੰਦੀ ਔਰ ਇਹਦੇ ਤੋਂ ਨਿਰਲੇਪ ਰਹਿੰਦੇ ਹੈ ਸਦਾ ਹੀ। ਗੁਰਮੁਖ ਪਿਆਰੇ ਜਿਵੇਂ ਪਾਣੀ ਵਿੱਚ ਕਵਲ ਨਿਰਲੇਪ ਹੈ, ਇਸੇ ਤਰ੍ਹਾਂ ਸੰਸਾਰ ਵਿੱਚ ਧੰਦਿਆਂ ਵਿੱਚ ਉਹ ਅਲੇਪ ਰਹਿੰਦੇ ਹੈ। ਆਹਰਣ ਘਾਣ ਹੀਰੇ ਜੁਗਤ, ਗੁਰਮਤਿ ਨਿਹਚਲ ਅਟਲ ਨਾ ਟਲਣਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਫਿਰ ਸੰਸਾਰ ਦੇ ਦੁੱਖਾਂ ਸੁੱਖਾਂ ਦੀਆਂ ਸੱਟਾਂ ਵੀ ਸਹਾਰਦੇ ਹੈ ਗੁਰਮੁਖ ਪਿਆਰੇ, ਪਰ ਅਚਲ ਰਹਿੰਦੇ ਹੈ। ਗੁਰੂ ਦੀ ਮੱਤ ਨੂੰ ਧਾਰਨ ਕਰਕੇ ਨਿਹਚਲ ਹੋ ਜਾਂਦੇ ਹੈ। ਐਸੇ ਅਟਲ ਨੇ, ਕਦੇ ਟਲਦੇ ਨਹੀਂ। ਪ੍ਰੇਮਾ ਭਗਤੀ ਦੇ ਮਾਰਗ 'ਤੇ ਚੱਲਦੇ ਹੀ ਜਾਂਦੇ ਹੈ, ਚੱਲਦੇ ਹੀ ਜਾਂਦੇ ਹੈ, ਚੱਲਦੇ ਜਾਂਦੇ ਹੈ, ਕਦੇ ਪਿੱਛੇ ਪੈਰ ਨਹੀਂ ਹਟਾਉਂਦੇ। ਆਹਰਣ ਘਣ ਹੀਰੇ ਜੁਗਤ, ਕਹਿੰਦੇ ਜਿਵੇਂ ਆਹਰਣ ਦੇ ਉੱਤੇ ਘਣ ਦੀ ਸੱਟ ਪੈਂਦੀ ਹੈ ਅਤੇ ਹੀਰੇ ਦੀ ਜੁਗਤੀ ਵੇਖੋ ਉਹ ਅਡੋਲ ਰਹਿੰਦਾ ਹੈ। ਹੀਰੇ ਦੇ ਟੁਕੜੇ ਵੀ ਹੋਣ, ਉਹ ਕਈਆਂ ਥਾਵਾਂ 'ਤੇ ਉਹਨੂੰ ਜੜਿਆ ਜਾਂਦਾ ਹੈ, ਸ਼ੋਭਾ ਪੈਂਦੀ ਹੈ, ਕੀਮਤੀ ਹੈ। ਕਹਿੰਦੇ ਜਿਵੇਂ ਘਣ ਦੇ ਹੇਠਾਂ ਹੀਰਾ, ਉਹਦੀ ਜਿਉਣ ਦੀ ਜੁਗਤੀ ਹੈ ਨਾ, ਇਸੇ ਤਰ੍ਹਾਂ ਗੁਰਮੁਖਾਂ ਨੂੰ ਸੰਸਾਰ ਵਿੱਚ ਰਹਿੰਦਿਆਂ ਦੁੱਖਾਂ ਸੁੱਖਾਂ ਦੀਆਂ ਸੱਟਾਂ ਬਹੁਤ ਵੱਜਦੀਆਂ ਨੇ, ਪਰ ਉਹ ਡੋਲਦੇ ਨਹੀਂ ਹਨ, ਕਿਉਂਕਿ ਸਤਿਗੁਰੂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਰੱਬੀ ਭਾਣੇ ਵਿੱਚ ਰਹਿਣਾ ਹੈ। ਗੁਰੂ ਵੱਲ ਵੇਖਦੇ ਹੈ। ਜੇ ਸੰਸਾਰੀ ਦੁੱਖਾਂ ਦੀ ਗੱਲ ਕਰਾਂਗੇ, ਕਲਗੀਧਰ ਮਹਾਰਾਜ ਜੀ ਨੇ ਸਰਬੰਸ ਵਾਰ ਦਿੱਤਾ, ਚਾਰੇ ਪੁੱਤਰ ਸ਼ਹੀਦ ਹੋਏ, ਮਾਤਾ ਜੀ ਸ਼ਹੀਦ ਹੋਏ, ਔਰ ਕਿਸੇ ਦਾ ਹੱਥੀਂ ਸੰਸਕਾਰ ਆਪ ਨਹੀਂ ਸਤਿਗੁਰੂ ਨੇ ਕੀਤਾ, ਕੋਈ ਅੰਤਮ ਇਸ਼ਨਾਨ ਨਹੀਂ ਕਰਵਾਇਆ, ਅਰਥੀ ਨੂੰ ਮੋਢਾ ਨਹੀਂ ਦਿੱਤਾ, ਅਡੋਲ ਰਹੇ। ਕਾਰਨ ਚੁਭੀ ਰਹੀ ਸ਼ਰੁਤ ਪ੍ਰਭ ਚਰਨਨ ਮਹਿ, ਪ੍ਰਭੂ ਦੇ ਚਰਨਾਂ ਵਿੱਚ ਸਤਿਗੁਰੂ ਕਲਗੀਧਰ ਦੀ ਸੁਰਤ ਸਦਾ ਹੀ ਚੁਭੀ ਰਹੀ। ਤਾਂ ਗੁਰਮੁਖ ਗੁਰੂ ਵੱਲ ਵੇਖਦਾ ਹੈ, ਗੁਰੂ ਨੇ ਸਾਨੂੰ ਸਿਖਾਇਆ ਹੈ। ਗੁਰੂ ਆਪ ਕਿਵੇਂ ਰੱਬੀ ਰਜਾ ਵਿੱਚ ਰਿਹਾ, ਕਿਵੇਂ ਗੁਰੂ ਨੇ ਨਿਸ਼ਾਨਾ ਮਿਥਿਆ ਅਤੇ ਉਹਦੇ ਤੋਂ ਪੈਰ ਪਿੱਛੇ ਨਹੀਂ ਹਟਾਇਆ, ਪੂਰੀ ਸਿੱਧੀ ਸੇਧ ਨੂੰ ਗੁਰੂ ਚੱਲਦਾ ਰਿਹਾ, ਕੋਈ ਡੁਲਾ ਨਹੀਂ ਸਕਿਆ ਗੁਰੂ ਨੂੰ। ਤਾਂ ਗੁਰਮੁਖ ਪਿਆਰੇ ਜਿਹੜੇ ਹੈ ਨਾ, ਜਿਵੇਂ ਹੀਰੇ ਦੀ ਜੁਗਤੀ ਹੁੰਦੀ ਹੈ, ਸੱਟਾਂ ਖਾਂਦਾ ਹੈ, ਤਰਾਸ਼ਿਆ ਜਾਂਦਾ ਹੈ, ਗੁਰਮੁਖ ਪਿਆਰੇ ਦੁੱਖਾਂ ਸੁੱਖਾਂ ਦੀਆਂ ਸੱਟਾਂ ਖਾ ਕੇ ਅਡੋਲ ਰਹਿੰਦੇ ਹੈ, ਸਗੋਂ ਹੋਰ ਮਜ਼ਬੂਤ ਹੋ ਜਾਂਦੇ ਹੈ, ਹੋਰ ਪੱਕੇ ਹੋ ਜਾਂਦੇ ਹੈ। ਸੋ ਅਟਲ ਰਹਿੰਦੇ ਹੈ, ਕਦੇ ਟਲਦੇ ਨਹੀਂ। ਪਰ ਉਪਕਾਰ ਵਿਚਾਰ ਵਿੱਚ, ਜੀ ਦਇਆ ਮੋਮ ਵਾਂਗੀ ਢਲਣਾ। ਗੁਰਮੁਖ ਸਦਾ ਹੀ ਪਰ ਉਪਕਾਰ ਦੀ ਵਿਚਾਰ ਵਿੱਚ ਰਹਿੰਦੇ ਹੈ। ਉਹਨਾਂ ਦੇ ਮਨ ਵਿੱਚ ਸਦਾ ਹੀ ਇਹ ਵਿਚਾਰ ਚੱਲਦਾ ਹੁੰਦਾ, ਪਰ ਉਪਕਾਰ ਕਰੀਏ, ਭਲਾ ਕਰੀਏ, ਕਿਸੇ ਦਾ ਬੁਰਾ ਨਾ ਹੋ ਜਾਏ, ਅਚਨਚੇਤ ਹੀ ਕਿਸੇ ਦਾ ਬੁਰਾ ਨਾ ਹੋਵੇ, ਮੈਂ ਸਾਰਿਆਂ ਦਾ ਭਲਾ ਕਰਾਂ, ਪਰ ਉਪਕਾਰ ਕਰਾਂ। ਸੋ ਪਰ ਉਪਕਾਰ ਦੀ ਵਿਚਾਰ ਵਿੱਚ ਰਹਿੰਦੇ ਹੈ। ਜੀ ਦਇਆ ਮੋਮ ਵਾਂਗੀ ਢਲਣਾ, ਅਤੇ ਗੁਰਮੁਖਾਂ ਦੇ ਅੰਦਰ ਜੀਵਾਂ ਦੇ ਉੱਤੇ ਦਇਆ ਕਰਨ ਦੀ ਭਾਵਨਾ ਹੈ। ਉਹ ਜੀ ਦਇਆ ਦੇ ਵਿੱਚ ਮੋਮ ਵਾਂਗੂ ਢਲ ਜਾਂਦੇ ਹੈ। ਜਿਵੇਂ ਮੋਮ ਨਹੀਂ ਢਲ ਜਾਂਦੀ, ਥੋੜ੍ਹੇ ਜਿਹੇ ਸੇਕ ਦੇ ਨਾਲ ਹੀ ਮੋਮ ਢਲ ਜਾਂਦੀ ਹੈ, ਪਿਘਲ ਜਾਂਦੀ ਹੈ। ਕਿਸੇ ਦੇ ਦੁੱਖ ਨੂੰ ਵੇਖ ਕੇ ਗੁਰਮੁਖਾਂ ਦਾ ਹਿਰਦਾ ਪਿਘਲ ਜਾਂਦਾ ਹੈ, ਮੈਂ ਇਹਦਾ ਦੁੱਖ ਵੰਡਾਵਾਂ, ਉਹਦੇ ਦੁੱਖ ਵੰਡਾਉਂਦੇ ਹੈ। ਤਾਂ ਗੁਰਮੁਖ, ਉਹਨਾਂ ਦਾ ਮਨ ਬੜਾ ਹੀ ਕਰੁਣਾ ਰਸ ਵਾਲਾ ਹੁੰਦਾ ਹੈ, ਸਾਰਿਆਂ ਦੇ ਉੱਤੇ ਦਇਆ ਕਰਦੇ ਹੈ, ਪਸ਼ੂਆਂ ਪੰਛੀਆਂ ਦੇ ਉੱਤੇ ਦਇਆ ਕਰਦੇ ਹੈ, ਪਰਉਪਕਾਰੀ ਹੁੰਦੇ ਹੈ। ਚਾਰ ਵਰਨ ਤੰਬੋਲ ਰਸ,
ਆਪ ਗਵਾਏ ਰਲਾਇਆ ਰਲਣਾ। ਤੇ ਚਾਰੇ ਹੀ ਵਰਣਾਂ ਦੇ ਵਿੱਚ ਤੰਬੋਲ ਰਸ ਵਾਂਗੂ ਗੁਰਮੁਖ ਪਿਆਰੇ ਮਿਲ ਜਾਂਦੇ ਹੈ। ਜਿਵੇਂ ਪਾਨ ਸੁਪਾਰੀ ਕੱਥ ਤੇ ਚੂਨਾ ਇਹ ਸਾਰੇ ਮਿਲ ਕੇ ਇੱਕ ਲਾਲ ਰੰਗ ਬਣ ਜਾਂਦਾ ਨਾ, ਇਸੇ ਤਰ੍ਹਾਂ ਗੁਰਮੁਖ ਪਿਆਰੇ ਜਿਹੜੇ ਚਾਰੇ ਵਰਣ ਨੇ ਨਾ, ਇਹਨਾਂ ਵਿੱਚ ਮਿਲ ਕੇ ਪ੍ਰੇਮ ਰਸ ਪੈਦਾ ਕਰਦੇ ਹੈ। ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਕਿਸੇ ਨਾਲ ਨਹੀਂ ਨਫ਼ਰਤ ਕਰਦੇ, ਹਰੇਕ ਵਿੱਚ ਮਿਲਦੇ ਹੈ ਅਤੇ ਉਹਨਾਂ ਨੂੰ ਸਿੱਖਿਆ ਦਿੰਦੇ ਹੈ ਕਿਵੇਂ ਆਪਸੀ ਪ੍ਰੇਮ ਪਿਆਰ ਕਰਕੇ ਰਹਿਣਾ ਹੈ, ਨਫ਼ਰਤਾਂ ਨੂੰ ਦੂਰ ਕਰਨਾ ਹੈ। ਸਮਾਜ ਦੇ ਵਿੱਚ ਉਹ ਮੀਲ ਪੱਥਰ ਗੱਡ ਦਿੰਦੇ ਹੈ। ਉਹਨਾਂ ਦੇ ਜਾਣ ਤੋਂ ਬਾਅਦ ਵੀ ਲੋਕ ਉਹਨਾਂ ਨੂੰ ਬਹੁਤ ਚੇਤੇ ਕਰਦੇ ਹੈ। ਸੋ ਤੰਬੋਲ ਵਾਂਗ ਗੁਰਮੁਖ ਪਿਆਰੇ, ਉਹਨਾਂ ਦੇ ਹਿਰਦੇ ਵਿੱਚ ਇੱਕ ਲਾਲ ਰੰਗ ਪ੍ਰੇਮ ਦਾ ਰਸ ਹੁੰਦਾ ਹੈ। ਆਪਾ ਭਾਵ ਨੂੰ ਗਵਾ ਕਰਕੇ ਸਾਰਿਆਂ ਨਾਲ ਰਲ ਮਿਲ ਕੇ ਰਹਿੰਦੇ ਹੈ। ਵੱਟੀ ਤੇਲ ਦੀਵਾ ਹੋਏ ਬਲਣਾ। ਗੁਰਮੁਖ ਪਿਆਰੇ ਵੱਟੀ ਤੇਲ ਦੀਵਾ ਬਣ ਕੇ ਉਹ ਬਲਦੇ ਹੈ। ਜਿਵੇਂ ਵੱਟੀ ਤੇਲ ਦੀਵਾ ਜਿਹੜਾ ਨਾ, ਪਹਿਲੋਂ ਤੋਂ ਵੇਖੋ ਸਰੋਂ ਜਾਂ ਤਿਲ ਕਿੰਨੀ ਸਾਧਨਾ ਕੀਤੀ, ਤਿਲਾਂ ਦੀ ਫਸਲ ਹੋਈ, ਹਨੇਰੀਆਂ ਮੀਂਹ ਧੁੱਪਾਂ ਨੂੰ ਸਹਾਰਿਆ, ਤਿਲ ਘਾਣੀ ਬਣੀ, ਕੋਹਲੂ ਵਿੱਚ ਪੀੜੇ ਗਏ, ਤੇਲ ਨਿਕਲਿਆ, ਦੀਵੇ ਵਿੱਚ ਪਾਇਆ, ਉਹਦੇ ਵਿੱਚ ਬੱਤੀ ਪਾਈ ਅਤੇ ਫਿਰ ਉਹਨੂੰ ਚਾਨਣ ਵਾਸਤੇ ਬਾਲਿਆ ਗਿਆ। ਅਤੇ ਫਿਰ ਉਹ ਤੇਲ ਕੁਰਬਾਨ ਹੁੰਦਾ ਹੈ, ਉਹ ਬੱਤੀ ਸੜਦੀ ਹੈ ਅਤੇ ਦੁਨੀਆ ਨੂੰ ਚਾਨਣ ਦਿੰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਆਪ ਬੱਤੀ ਸੜ ਕੇ ਤੇਲ ਆਪ ਕੁਰਬਾਨ ਹੋ ਕੇ ਦੁਨੀਆ ਨੂੰ ਚਾਨਣ ਦੇ ਰਿਹਾ ਹੈ। ਇਹ ਇਸੇ ਤਰ੍ਹਾਂ ਗੁਰਮੁਖ ਪਿਆਰੇ ਵੱਟੀ ਤੇਲ ਦੀਵੇ ਦੀ ਨਿਆਈ ਹੁੰਦੇ ਹੈ। ਉਹ ਆਪ ਕੁਰਬਾਨ ਹੋ ਕੇ ਦੁਨੀਆ ਨੂੰ ਚਾਨਣ ਦਿੰਦੇ ਹੈ। ਸ਼ਰਧਾ ਦੀ ਵੱਟੀ ਪ੍ਰੇਮ ਦੇ ਤੇਲ ਦੇ ਨਾਲ ਆਪਣੇ ਤਨ ਦੇ ਉੱਤੇ ਕਸ਼ਟ ਸਹਾਰ ਕੇ, ਦੁੱਖ ਸਹਾਰ ਕੇ ਗੁਰਮੁਖ ਪਿਆਰੇ ਪਰਉਪਕਾਰ ਕਰਦੇ ਹੈ, ਪ੍ਰਕਾਸ਼ ਦਿੰਦੇ ਹੈ, ਚਾਨਣ ਦਿੰਦੇ ਹੈ। ਕੱਲ੍ਹ ਆਪਾਂ ਭਾਈ ਮਨੀ ਸਿੰਘ ਸਾਹਿਬ ਜੀ, ਉਹਨਾਂ ਦੀ ਸ਼ਹਾਦਤ ਬਾਰੇ ਸਰਵਣ ਕੀਤਾ। ਅਨੇਕਾਂ ਗੁਰੂ ਕੇ ਪਿਆਰੇ ਸਿੱਖ ਹਨ ਜਿਹੜੇ ਕੁਰਬਾਨ ਹੋ ਗਏ, ਹੋਰਾਂ ਨੂੰ ਚਾਨਣ ਦੇਣ ਵਾਲੇ ਬਣੇ, ਹੋਰਾਂ ਦੇ ਜੀਵਨ ਨੂੰ ਰੁਸ਼ਨਾਇਆ, ਆਪ ਕੁਰਬਾਨ ਹੋ ਗਏ। ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰੂ ਨੇ ਸਰਬੰਸ ਵਾਰ ਕੇ ਸਾਡੇ ਸਾਰਿਆਂ ਦੇ ਭਾਰਤ ਵਰਸ਼ ਦੇ ਲੋਕਾਂ ਦੇ ਜੀਵਨ ਨੂੰ ਰੁਸ਼ਨਾਇਆ ਹੈ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਸਿੱਖਾਂ ਦੇ ਸਮੇਤ, ਮਹਾਰਾਜ ਜੀ ਨੇ ਭਾਵੇਂ ਨਾ ਤਿਲਕ ਲਾਉਂਦੇ ਹੈ, ਨਾ ਜੰਝੂ ਪਾਉਂਦੇ ਹੈ, ਕੁਛ ਨਹੀਂ, ਉਹਨਾਂ ਨੂੰ ਉਹਨਾਂ ਦੇ ਧਰਮ ਦੀ ਵੀ ਰੱਖਿਆ ਕੀਤੀ। ਜਦੋਂ ਆ ਕੇ ਉਹਨਾਂ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜੇ ਸਤਿਗੁਰੂ ਚਾਹੁੰਦੇ ਨਾ ਜਾਂਦੇ, ਕਿਉਂਕਿ ਸਿੱਖੀ ਦਾ ਨਾ ਕੋਈ ਇਹ ਚਿੰਨ੍ਹ ਹੈ, ਨਾ ਕੋਈ ਜਿਸ ਤਰ੍ਹਾਂ ਉਹ ਪੂਜਾ ਕਰਦੇ ਐਸਾ ਵਿਧਾਨ ਹੈ, ਪਰ ਮਹਾਰਾਜ ਨੇ ਪਰਉਪਕਾਰ ਕੀਤਾ, ਐਸੀ ਕਿਰਪਾ ਕੀਤੀ। ਅੱਜ ਵੀ ਹਿੰਦੂ ਧਰਮ ਦੇ ਮੰਦਰਾਂ ਦੇ ਵਿੱਚ ਜਿਹੜਾ ਦੀਵਾ ਬਲ ਰਿਹਾ ਹੈ, ਗੁਰੂ ਤੇਗ ਬਹਾਦਰ ਜੀ ਦੇ ਲਹੂ ਦਾ ਹੈ। ਉਹਨਾਂ ਨੂੰ ਚੇਤੇ ਕਰਨਾ ਚਾਹੀਦਾ ਹੈ। ਸਤਿਗੁਰੂ ਕਿਹਾ ਬੱਚਿਓ ਤੁਸੀਂ ਘਰੀਂ ਜਾਵੋ, ਸਿਰ ਦੇ ਕੇ ਸਤ ਬਚਾਵਾਂਗਾ ਮੈਂ। ਹਿੰਦੂ ਧਰਮ ਦੇ ਬੁਝ ਰਹੇ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ। ਹਿੰਦੂ ਧਰਮ ਦੇ ਮੰਦਰਾਂ ਦੇ ਦੀਵਿਆਂ ਵਿੱਚ ਅੱਜ ਵੀ ਲਹੂ ਗੁਰੂ ਤੇਗ ਬਹਾਦਰ ਦਾ ਬਲ ਰਿਹਾ ਹੈ। ਗੁਰੂ ਨੇ ਜਿੰਨੇ ਪਰਉਪਕਾਰ ਕੀਤੇ ਹੈ, ਦੱਸੇ ਹੀ ਨਹੀਂ ਜਾ ਸਕਦੇ, ਕਦੇ ਉਹਨਾਂ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ। ਗੁਰੂ ਕੇ ਸਿੱਖਾਂ ਨੇ ਜਿੰਨੇ ਪਰਉਪਕਾਰ ਕੀਤੇ ਹੈ, ਉਹ ਵੀ ਨਹੀਂ ਗਿਣ ਕੇ ਦੱਸੇ ਜਾ ਸਕਦੇ। ਵੱਟੀ ਤੇਲ ਦੀਵਾ ਹੋਏ ਬਲਣਾ,
ਵੱਟੀ ਤੇਲ ਤੇ ਦੀਵਾ ਹੋ ਕੇ ਬਲਦੇ ਹੈ। ਭਾਵ ਆਪ ਕਸ਼ਟ ਸਹਾਰ ਕੇ, ਦੁੱਖ ਸਹਾਰ ਕੇ ਸੰਸਾਰ ਦੇ ਲੋਕਾਂ ਨੂੰ ਚਾਨਣ ਦਿੰਦੇ ਹੈ। ਅਗਲੀ 18ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ, ਗੁਰਮੁਖ ਪਿਆਰਿਆਂ ਨੂੰ ਪ੍ਰੇਮਾ ਭਗਤੀ ਕਰਦਿਆਂ ਜਿਹੜਾ ਸੁਖ ਫਲ ਮਿਲਿਆ ਨਾ, ਇਹਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ। ਸਤ ਸੰਤੋਖ ਦਇਆ ਧਰਮ ਅਰਥ ਕਰੋੜ ਨਾ ਓੜਕ ਜਾਣੈ। ਇਹ ਜਿੰਨੇ ਵੀ ਪਦਾਰਥ ਹਨ, ਗੁਣ ਹਨ, ਸਤ ਸੰਤੋਖ ਦਇਆ ਧਰਮ, ਅਰਥ ਕਹਿੰਦੇ ਪਦਾਰਥ, ਕਰੋੜਾਂ ਹੀ ਨਾ ਓੜਕ ਜਾਣੇ, ਇਹ ਕਰੋੜਾਂ ਹੀ ਹਨ, ਇਹਨਾਂ ਦਾ ਕੋਈ ਅੰਤ ਨਹੀਂ ਜਾਣਿਆ ਜਾਂਦਾ। ਚਾਰ ਪਦਾਰਥ ਆਖੀਆਂ ਹੋਏ ਲਖੂਣ ਨਾ ਪਲ ਪਰਵਾਣੈ। ਜਿਹੜੇ ਚਾਰ ਪਦਾਰਥ ਕਹੇ ਜਾਂਦੇ ਆ, ਧਰਮ ਅਰਥ ਕਾਮ ਮੋਕਸ਼, ਭਾਈ ਗੁਰਦਾਸ ਜੀ ਕਹਿੰਦੇ ਇਹ ਲੱਖਾਂ ਹੀ ਹੋਣ ਨਾ ਪਲ ਪਰਵਾਣੈ, ਪਰ ਇੱਕ ਪਲ ਜਿੰਨਾ ਵੀ ਜਿਹੜਾ ਗੁਰਮੁਖਾਂ ਦਾ ਸੁੱਖ ਹੈ ਨਾ, ਸੁੱਖ ਫਲ ਉਹਦੇ ਬਰਾਬਰ ਨਹੀਂ। ਇਹ ਜਿੰਨੇ ਵੀ ਗਿਣ ਰਹੇ ਨੇ, ਜਿਹੜਾ ਸੁੱਖ ਫਲ ਗੁਰਮੁਖਾਂ ਨੂੰ ਮਿਲਿਆ ਹੈ, ਉਹਦੀ ਬਰਾਬਰਤਾ ਇਹ ਚਾਰੇ ਪਦਾਰਥ, ਲੱਖਾਂ ਪਦਾਰਥ ਕੋਈ ਨਹੀਂ ਕਰ ਸਕਦਾ। ਰਿੱਧੀ ਸਿੱਧੀ ਲੱਖ ਲੱਖ, ਨਿਧ ਨਿਧਾਨ ਲੱਖ ਤਿਲ ਨਾ ਤੁਲਾਣੈ। ਲੱਖਾਂ ਰਿੱਧੀਆਂ, ਲੱਖਾਂ ਸਿੱਧੀਆਂ ਤੇ ਲੱਖਾਂ ਹੀ ਨਿਧੀਆਂ ਦੇ ਖਜ਼ਾਨੇ, ਇਹ ਇੱਕ ਪਾਸੇ ਹੋਣ ਤੇ ਗੁਰਮੁਖਾਂ ਦਾ ਜਿਹੜਾ ਸੁੱਖ ਹੈ ਨਾ, ਤਿਲ ਜਿੰਨਾ ਵੀ ਉਹਦੇ ਬਰਾਬਰ ਨਹੀਂ ਇਹ ਪੁੱਜ ਸਕਦੇ। ਤਿਲ ਨਾ ਤੁਲਾਣੇ, ਇੱਕ ਤਿਲ ਜਿੰਨੇ ਵੀ ਉਹਦੀ ਬਰਾਬਰਤਾ ਨਹੀਂ ਕਰ ਸਕਦੇ। ਗੁਰਮੁਖਾਂ ਦੇ ਸੁੱਖ ਫਲ ਦੇ ਇੱਕ ਤਿਲ ਦੇ ਨਾਲ ਵੀ ਤੋਲੇ ਨਹੀਂ ਜਾ ਸਕਦੇ। ਗੁਰਮੁਖਾਂ ਦਾ ਸੁੱਖ ਫਲ ਇੰਨਾ ਵੱਡਾ ਹੈ, ਇੰਨਾ ਕੀਮਤੀ ਹੈ, ਉਸ ਸੁੱਖ ਫਲ ਬਾਰੇ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀ ਲਪਟਾਇਓ। ਜਿਹਨੂੰ ਉਹ ਰਸ ਸੁੱਖ ਫਲ ਮਿਲ ਗਿਆ, ਉਹ ਦੁਨੀਆ ਦੇ ਰਸਾਂ ਪਦਾਰਥਾਂ ਦੇ ਵਿੱਚ ਥੋੜ੍ਹੀ ਲੰਪਟ ਹੁੰਦਾ ਹੈ। ਉਹਨੂੰ ਤਾਂ ਉਹ ਕੁਝ ਮਿਲ ਗਿਆ ਜਿਹੜਾ ਹੈ ਹੀ ਨਹੀਂ ਹੋਰ ਕਿਤੇ, ਦੁਨੀਆ ਦੇ ਪਦਾਰਥਾਂ ਵਿੱਚ ਨਹੀਂ, ਲੋਕਾਂ ਦੀ ਵਾਹ ਵਾਹ ਵਡਿਆਈ ਵਿੱਚ ਨਹੀਂ, ਉਸ ਵਸਤੂ ਨੂੰ ਪ੍ਰਾਪਤ ਕਰ ਲਿਆ ਗੁਰਮੁਖਾਂ ਨੇ। ਦਰਸ਼ਨ ਦ੍ਰਿਸ਼ਟ ਸੰਜੋਗ ਲਖ, ਸ਼ਬਦ ਸੁਰਤ ਲਿਵ ਲਖ ਹੈਰਾਣੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੋ ਸਤਿਗੁਰੂ ਦਾ ਦਰਸ਼ਨ ਹੋਇਆ ਗੁਰਮੁਖਾਂ ਨੂੰ, ਦ੍ਰਿਸ਼ਟੀ ਦਾ ਸੰਜੋਗ ਹੋ ਕੇ, ਲੱਖਾਂ ਵਾਰ ਗੁਰੂ ਕਾ ਪਿਆਰਾ ਗੁਰੂ ਦੇ ਦਰਸ਼ਨ ਕਰਦਾ ਹੈ, ਬੜੀ ਤਾਂਘ ਹੁੰਦੀ ਹੈ ਸਿੱਖ ਦੇ ਮਨ ਵਿੱਚ। ਚਖੜ ਝਾਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉਂ ਸਿੱਖ ਗੁਰ ਮਿਲ ਬਿਗਸਾਈ। ਗੁਰੂ ਦੇ ਦਰਸ਼ਨ ਕਰਕੇ ਤਾਂ ਸਿੱਖ ਪ੍ਰਸੰਨ ਹੋ ਜਾਂਦਾ, ਖਿੜ ਜਾਂਦਾ ਹੈ। ਸੋ ਦ੍ਰਿਸ਼ਟੀ ਦੇ ਸੰਜੋਗ ਕਰਕੇ ਗੁਰਮੁਖ ਪਿਆਰਾ ਗੁਰੂ ਦੇ ਦਰਸ਼ਨਾਂ ਨੂੰ ਵੇਖਦਾ ਹੈ, ਔਰ ਗੁਰੂ ਦਾ ਜੋ ਸ਼ਬਦ ਹੈ, ਸ਼ਬਦ ਦੀ ਸੁਰਤ ਦੇ ਵਿੱਚ, ਸ਼ਬਦ ਦੀ ਗਿਆਤ ਦੇ ਵਿੱਚ ਉਹ ਸਮਾਧੀ ਲਾ ਕੇ ਟਿਕਿਆ ਰਹਿੰਦਾ ਹੈ। ਅਤੇ ਇਹ ਜਿਹੜਾ ਗੁਰਮੁਖਾਂ ਦਾ ਸੁੱਖ ਹੈ ਨਾ, ਸ਼ਬਦ ਵਿੱਚ ਜੁੜਨਾ, ਗੁਰੂ ਦੇ ਦਰਸ਼ਨ ਕਰਨੇ, ਭਾਈ ਗੁਰਦਾਸ ਜੀ ਕਹਿੰਦੇ ਜਿੰਨੇ ਵੀ ਇਹ ਉਕਤ ਪਦਾਰਥ ਨੇ ਨਾ, ਇਹ ਸਾਰੇ ਹੈਰਾਨ ਹੁੰਦੇ ਹੈ। ਰਿੱਧੀਆਂ ਸਿੱਧੀਆਂ ਨਿੱਧੀਆਂ ਚਾਰੇ ਪਦਾਰਥ ਸਾਰੇ ਹੈਰਾਨ ਹੁੰਦੇ ਹੈ। ਇਹ ਗੁਰਮੁਖ ਨੂੰ ਸਾਡੇ ਤੋਂ ਕੀਮਤੀ ਵਸਤੂ ਮਿਲੀ ਹੈ, ਗੁਰਮੁਖ ਨੂੰ ਗੁਰੂ ਦਾ ਦਰਸ਼ਨ ਮਿਲਿਆ ਹੈ, ਗੁਰਮੁਖ ਨੂੰ ਸ਼ਬਦ ਮਿਲਿਆ ਹੈ, ਸ਼ਬਦ ਦਾ ਰਸ ਮਿਲਿਆ ਹੈ। ਅਸੀਂ ਤਾਂ ਕੁਛ ਵੀ ਨਹੀਂ ਹਾਂ, ਉਹਨੂੰ ਤਾਂ ਬਹੁਤ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਨੰਦ ਦੀ ਪ੍ਰਾਪਤੀ ਹੋਈ ਹੈ। ਗਿਆਨ ਧਿਆਨ ਸਿਮਰਨ ਅਸੰਖ, ਭਗਤ ਜੁਗਤ ਲਖ ਨੇਤ ਵਖਾਣੈ। ਇਸੇ ਤਰ੍ਹਾਂ ਗਿਆਨ ਧਿਆਨ ਔਰ ਅਣਗਿਣਤ ਭਗਤੀ ਦੀਆਂ ਜੁਗਤੀਆਂ, ਸਿਮਰਨ ਜੋ ਚੇਤਾ ਕਰਨਾ, ਇਸ ਸਾਰੇ ਕਿਸੇ ਨੂੰ ਜਾਣ ਕੇ ਗੁਰਮੁਖ
ਨੇਤ ਵਖਾਣੇ, ਨੇਤ ਬੇਅੰਤ ਬੇਅੰਤ ਕਹਿੰਦਾ ਹੈ ਵੀ ਰੱਬੀ ਗਿਆਨ, ਰੱਬੀ ਧਿਆਨ, ਰੱਬੀ ਸਿਮਰਨ, ਉਹਦੀ ਭਗਤੀ, ਭਗਤੀ ਦੀਆਂ ਜੁਗਤੀਆਂ ਬੇਅੰਤ ਹਨ। ਅਤੇ ਭਗਤੀ ਕਰਦਿਆਂ ਜਿਹੜਾ ਸੁੱਖ ਮਿਲਿਆ ਉਹਦਾ ਇਹ ਕਿਸੇ ਸ਼ਬਦ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਰਸ ਨੂੰ, ਉਸ ਪਰਮ ਆਨੰਦ ਨੂੰ। ਸੋ ਨੇਤ ਨੇਤ ਕਹਿੰਦੇ ਹੈ ਸਾਰੇ ਹੀ। ਪਿਰਮ ਪਿਆਲਾ ਸਹਿਜ ਘਰ, ਗੁਰਮੁਖ ਸੁਖ ਫਲ ਚੋਜ ਵਿਡਾਣੈ। ਪਿਰਮ ਪਿਆਲਾ, ਸਹਿਜ ਘਰ ਵਿੱਚ ਟਿਕ ਕੇ ਗੁਰਮੁਖਾਂ ਨੇ ਪ੍ਰੇਮ ਦਾ ਪਿਆਲਾ ਪੀਤਾ ਹੈ। ਪ੍ਰੇਮ ਦੇ ਪਿਆਲੇ ਨੂੰ ਪੀ ਕੇ ਖੀਵੇ ਹੋਏ ਨੇ ਗੁਰਮੁਖ ਪਿਆਰੇ। ਗੁਰਮੁਖ ਸੁਖ ਫਲ ਚੋਜ ਵਿਡਾਣੈ, ਗੁਰਮੁਖਾਂ ਦਾ ਸੁਖ ਫਲ ਜੋ ਪ੍ਰਾਪਤ ਹੋਇਆ ਹੈ ਉਹ ਚੋਜ ਵਿਡਾਣੈ, ਉਹ ਅਸਚਰਜ ਕੌਤਕ ਹੈ। ਉਸ ਅਸਚਰਜ ਕੌਤਕ ਨੂੰ ਸਿਰਫ ਮਾਣਿਆ ਜਾ ਸਕਦਾ ਹੈ, ਨਾ ਦਿਖਾਇਆ ਜਾ ਸਕਦਾ, ਨਾ ਦੱਸਿਆ ਜਾ ਸਕਦਾ। ਮਤ ਬੁੱਧ ਸੁਧ ਲਖ ਮੇਲ ਮਿਲਾਣੈ, ਗੁਰਮੁਖਾਂ ਦੀ ਮਤ ਜਿਹੜੀ ਸੰਸਾਰਕ, ਜਿਹੜੀ ਵਿਵਹਾਰਕ ਅਕਲ ਹੁੰਦੀ ਹੈ ਉਹ, ਔਰ ਇਸੇ ਤਰ੍ਹਾਂ ਬੁੱਧ ਜਿਹੜੀ ਸਦਾਚਾਰਕ ਉਹਨਾਂ ਦੀ ਅਕਲ ਹੈ, ਅਤੇ ਸੁੱਧ ਕਹਿੰਦੇ ਹੈ ਸੁੱਧੀ, ਸੁੱਧੀ ਤੋਂ ਭਾਵ ਗਿਆਨ, ਜੋ ਸੋਝੀ ਹੈ, ਗਿਆਨ ਦੀ ਅਕਲ। ਸੋ ਇਹ ਸਾਰੀਆਂ ਹੀ ਲੱਖ ਅਰਥ ਕਰਾਂਗੇ ਵਾਹਿਗੁਰੂ ਦਾ, ਲਕਸ਼ ਅਰਥ ਜੋ ਵਾਹਿਗੁਰੂ ਦੇ ਮੇਲ ਵਿੱਚ ਮਿਲੀਆਂ ਹੋਈਆਂ ਨੇ। ਗੁਰਮੁਖਾਂ ਦੀ ਮਤ, ਬੁੱਧ ਅਤੇ ਸੁੱਧ, ਮਤ ਬੁੱਧ ਸੁੱਧ ਲਖ ਮੇਲ ਮਿਲਾਣੇ। ਸੋ ਮਤ, ਬੁੱਧੀ, ਸੁੱਧੀ ਵਾਹਿਗੁਰੂ ਦੇ ਮੇਲ ਵਿੱਚ ਮਿਲੀਆਂ ਹੋਈਆਂ ਨੇ। ਗੁਰਮੁਖ ਪਿਆਰੇ ਸਦਾ ਹੀ ਪ੍ਰਭੂ ਦੇ ਪ੍ਰੇਮ ਵਿੱਚ ਮਿਲੇ ਰਹਿੰਦੇ ਹੈ। ਜਪ ਤਪ ਸੰਜਮ ਲਖ ਲਖ, ਹੋਮ ਜਗ ਨੈਵੇਦ ਕਰੋੜੀ। ਹੁਣ ਭਾਈ ਗੁਰਦਾਸ ਜੀ ਦੱਸਦੇ ਆ ਸੱਚ ਜਿਹੜਾ ਨਾ, ਸੱਚ ਸਾਰਿਆਂ ਤੋਂ ਉੱਪਰ ਹੈ। ਬਾਕੀ ਸਾਰਾ ਕੁਝ ਸੱਚ ਤੋਂ ਉਰੇ ਹੀ ਹੈ, ਸੱਚੇ ਨਾਮ ਤੋਂ ਉਰੇ ਹੀ ਹੈ। ਵਾਹਿਗੁਰੂ ਦਾ ਸੱਚਾ ਨਾਮ ਸਭ ਤੋਂ ਉੱਪਰ ਹੈ। ਜਪ ਤਪ ਸੰਜਮ ਲੱਖ ਲੱਖ, ਮੰਤਰਾਂ ਦਾ ਜਪ ਲੱਖਾਂ ਹੀ ਹੈ। ਤਾਮਸੀ ਤਪ ਕਰਦੇ ਜਿਹੜੇ, ਕੋਈ ਪੁੱਠਾ ਲੰਮ ਗਿਆ, ਕੋਈ ਕਿਵੇਂ, ਕੋਈ ਕਿਵੇਂ, ਇਹ ਵੀ ਲੱਖਾਂ ਨੇ। ਜਪ ਤਪ ਸੰਜਮ ਲੱਖ ਲੱਖ, ਸੰਜਮ ਕੋਈ ਪਰਹੇਜ਼ ਕਰਦਾ ਜੀ, ਮੈਂ ਤਾਂ ਪੈਰੀਂ ਚੱਪਲਾਂ ਹੀ ਨਹੀਂ ਪਾਉਣੀਆਂ ਸਾਰੀ ਉਮਰ, ਇਹੋ ਜਿਹੇ ਸੰਜਮ ਵੀ ਲੋਕੀ ਕਰਦੇ। ਸੋ ਲੱਖਾਂ ਜਪ, ਲੱਖਾਂ ਤਪ, ਲੱਖਾਂ ਸੰਜਮ। ਹੋਮ ਹਵਨ ਇਤਿਆਦਿਕ ਯੱਗ ਕਰਨੇ ਅਤੇ ਨੈਵੇਦ ਠਾਕੁਰਾਂ ਨੂੰ ਭੋਗ ਲਵਾਉਣਾ, ਇਹ ਕਰੋੜਾਂ ਹੀ ਹਨ। ਵਰਤ ਨੇਮ ਸੰਜਮ ਘਣੇ, ਕਰਮ ਧਰਮ ਲਖ ਤੰਦ ਮਰੋੜੀ। ਵਰਤ ਕਰਨੇ, ਨੇਮ ਰੱਖਣੇ, ਸੰਜਮ ਪਰਹੇਜ਼ਗਾਰੀ, ਬਹੁਤੇ ਪਰਹੇਜ਼ ਕਰਨੇ। ਕਰਮ ਧਰਮ ਲੱਖਾਂ ਹੀ ਹਨ, ਲੱਖਾਂ ਹੀ ਧਰਮ ਦੇ ਕਰਮ ਹਨ। ਅਤੇ ਤੰਦ ਮਰੋੜੀ, ਜੋ ਤੰਦ ਦੀ ਵੱਟੀ ਭਾਵ ਕੱਚਾ ਸੂਤਰ, ਉਹਦੀ ਬਣੀ ਮਾਲਾ, ਕਹਿੰਦੇ ਮਾਲਾ ਫੇਰਨੀ, ਕੋਈ ਕਿਸੇ ਦੇ ਨਾਂ ਦੀ ਫੇਰ ਰਿਹਾ, ਕੋਈ ਕਿਸੇ ਦੀ, ਇਹਨਾਂ ਦੀ ਗਿਣਤੀ ਨਹੀਂ ਕੋਈ। ਤੀਰਥ ਪੁਰਬ ਸੰਜੋਗ ਲਖ, ਪੁੰਨ ਦਾਨ ਉਪਕਾਰ ਨਾ ਓੜੀ। ਤੀਰਥਾਂ ਅਤੇ ਪੁਰਬਾਂ ਦਾ ਜੋ ਸੰਜੋਗ ਹੁੰਦਾ ਹੈ, ਕਿਸੇ ਖਾਸ ਦਿਨ 'ਤੇ ਲੋਕਾਂ ਦੀ ਇਕੱਤਰਤਾ ਹੁੰਦੀ ਹੈ, ਅਤੇ ਉੱਥੇ ਫਿਰ ਲੱਖਾਂ ਦੀ ਗਿਣਤੀ ਵਿੱਚ ਪੁੰਨ ਦਾਨ ਕਰਦੇ ਹੈ, ਉਪਕਾਰ ਕਰਦੇ, ਜਿਹਦਾ ਕੋਈ ਅੰਤ ਨਹੀਂ ਹੈ। ਦੇਵੀ ਦੇਵ ਸਰੇਵਣੇ, ਵਰ ਸਰਾਪ ਲਖ ਜੋੜ ਵਿਛੋੜੀ। ਦੇਵੀ ਦੇਵਤਿਆਂ ਦੀ ਅਨੇਕਾਂ ਹੀ ਲੋਕ ਸੇਵਾ ਕਰਦੇ ਹੈ, ਅਤੇ ਫਿਰ ਉਹਨਾਂ ਦੇ ਵਰ ਕਰਕੇ ਕਈਆਂ ਦਾ ਮਿਲਾਪ ਹੁੰਦਾ, ਕਈਆਂ ਦਾ ਵਿਛੋੜਾ ਹੋ ਜਾਂਦਾ। ਅਥਵਾ ਦੇਵੀ ਦੇਵਤਿਆਂ ਦੀ ਸੇਵਾ ਕਰਕੇ, ਆਰਾਧਨਾ ਕਰਕੇ ਵਰ ਅਤੇ ਸਰਾਪ ਦੇਣ ਦੀ ਸਮਰੱਥਾ ਨੂੰ ਕਈ ਪ੍ਰਾਪਤ ਕਰ ਲੈਂਦੇ ਹੈ, ਅਤੇ ਵਰ ਦੇ ਨਾਲ ਕਿਸੇ ਨੂੰ ਦੇ ਦਿੱਤਾ, ਕਿਸੇ ਦਾ ਮੇਲ ਹੋ ਗਿਆ, ਕਿਸੇ ਨੂੰ ਸਰਾਪ ਦੇ ਦਿੱਤਾ, ਵਿਛੋੜਾ ਹੋ ਗਿਆ। ਦਰਸ਼ਨ ਵਰਨ ਅਵਰਨ ਲਖ, ਪੂਜਾ ਅਰਚਾ ਬੰਧਨ ਤੋੜੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ 6 ਮੱਤਾਂ ਵਾਲੇ, 6 ਦਰਸ਼ਨਾਂ ਵਾਲੇ, ਔਰ 4 ਵਰਨਾਂ ਦੇ ਲੋਕ ਅਤੇ ਅਵਰਨ ਲੋਕ, ਜਿਹੜੇ ਹੋਰ ਜਿਹੜੇ ਲੋਕ ਨੇ, ਜਿਹੜੇ ਕਿਸੇ ਵਰਨ ਵਿੱਚ ਨਹੀਂ ਆਉਂਦੇ,
ਇਹ ਪੂਜਾ ਅਰਚਾ ਦੇ ਬੰਧਨਾਂ ਦੇ ਵਿੱਚ ਪਏ ਹੋਏ ਹੈ। ਅਤੇ ਜੇ ਪੂਜਾ ਅਰਚਾ ਦੇ ਇਹਨਾਂ ਬੰਧਨਾਂ ਨੂੰ ਸਾਰਿਆਂ ਨੂੰ ਤੋੜ ਦਵੇ, ਲੋਕ ਵੇਦ ਗੁਣ ਗਿਆਨ ਲਖ, ਜੋਗ ਭੋਗ ਲਖ ਝਾੜ ਪਛੋੜੀ। ਲੋਕ ਸ਼ਾਸਤਰ ਦੇ ਵੇਦਾਂ ਦੇ ਗੁਣ ਅਤੇ ਗਿਆਨ ਲੱਖਾਂ ਹੀ ਜੋਗ ਅਤੇ ਲੱਖਾਂ ਹੀ ਭੋਗ, ਇਹਨਾਂ ਸਾਰਿਆਂ ਨੂੰ ਝਾੜ ਕੇ ਪਿੱਛੇ ਸੁੱਟ ਦੇਵੇ। ਲੋਕ ਵੇਦ ਨੂੰ, ਗੁਣ ਗਿਆਨ ਅਤੇ ਹੋਰ ਸਿਆਣਪਾਂ ਅਤੇ ਲੱਖਾਂ ਹੀ ਜੋਗ ਭੋਗ, ਇਹਨਾਂ ਸਾਰਿਆਂ ਨੂੰ ਪਿੱਛੇ ਸੁੱਟ ਦੇਵੇ। ਸੱਚਹੁ ਓਰੈ ਸਭ ਕਿਹੋ, ਲੱਖ ਸਿਆਣਪ ਸਭਾ ਥੋੜੀ। ਭਾਈ ਗੁਰਦਾਸ ਜੀ ਕਹਿੰਦੇ ਆ, ਜਿੰਨੇ ਜਪ ਤਪ ਮੈਂ ਗਿਣੇ ਆ ਨਾ, ਜਪ ਤਪ ਕਰਨੇ, ਪੂਜਾ ਕਰਨੀ, ਸੰਜਮ ਕਰਨੇ, ਪੁੰਨ ਦਾਨ ਕਰਨੇ, ਤੀਰਥਾਂ 'ਤੇ ਇਸ਼ਨਾਨ, ਹੋਰ ਇਹ ਜਿੰਨੇ ਵੀ ਹਨ, ਇਹ ਸਾਰੇ ਸੱਚ ਤੋਂ ਉਰੇ ਹੀ ਹਨ। ਸੱਚਹੁ ਓਰੈ ਸਭ ਕਿਹੋ, ਇਹ ਤਾਂ ਛੋਟੀਆਂ ਥੱਲੇ ਦੀਆਂ ਗੱਲਾਂ ਨੇ ਸਾਰੀਆਂ, ਸੱਚ ਸਾਰਿਆਂ ਤੋਂ ਉੱਤੇ ਹੈ। ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਉੱਪਰ ਹੈ। ਗੁਰਬਾਣੀ ਦੀ ਵਿਚਾਰ, ਮਹਾਰਾਜ ਦਾ ਬਚਨ ਹੈ, ਸਭ ਸੈ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦਉ ਨਾ ਸਗਲੀ ਸ਼ਾਰ। ਕਹਿੰਦੇ ਸਾਰਿਆਂ ਤੋਂ ਉੱਚਾ ਜੇ ਕੋਈ ਸਾਧਨ ਹੈ ਨਾ, ਉਹ ਸ਼ਬਦ ਦੀ ਵਿਚਾਰ ਹੈ। ਬਾਕੀ ਤਾਂ ਸਾਰਾ ਕੁਝ ਥੱਲੇ ਹੀ ਰਹਿ ਜਾਂਦਾ ਹੈ। ਸੰਤਹੁ ਮਾਖਣ ਖਾਇਆ, ਛਾਛ ਪੀਐ ਸੰਸਾਰ। ਸੰਤ ਮੱਖਣ ਖਾਂਦੇ ਹੈ, ਛਾਛ ਸੰਸਾਰ ਪੀਂਦਾ ਹੈ। ਭਾਵ ਉਹ ਸਦਾ ਸ਼ਬਦ ਵਿੱਚ, ਨਾਮ ਵਿੱਚ ਜੁੜੇ ਨੇ। ਸੱਚਹੁ ਓਰੈ ਸਭ ਕਿਹੋ, ਸਾਰਾ ਕੁਝ ਸੱਚ ਤੋਂ ਉਰੇ ਹੈ। ਵਾਹਿਗੁਰੂ ਦਾ ਨਾਮ ਸਭ ਤੋਂ ਸੱਚਾ ਉੱਚਾ ਹੈ। ਲੱਖ ਸਿਆਣਪ ਸਭਾ ਥੋੜੀ, ਲੱਖਾਂ ਸਿਆਣਪਾਂ ਸੱਚ ਦੇ ਅੱਗੇ ਥੋੜ੍ਹੀਆਂ ਹਨ। ਜਿੰਨਾ ਮਰਜ਼ੀ ਬੰਦਾ ਸਿਆਣਾ ਹੋਵੇ, ਮਹਾਰਾਜ ਕਹਿੰਦੇ ਸੱਚੇ ਨਾਮ ਤੋਂ ਬਿਨਾਂ ਕਦੇ ਵੀ ਭਲਾ ਨਹੀਂ ਹੋ ਸਕਦਾ। ਉੱਪਰ ਸੱਚ ਅਚਾਰ ਚਮੋੜੀ, ਸੱਚ ਦਾ ਕਰਮ ਸਾਰਿਆਂ ਦੇ ਉੱਤੇ ਰੱਖਿਆ ਹੈ। ਸੱਚ ਆਚਾਰ, ਸੱਚਾ ਨਾਮ, ਚਮੋੜੀ ਤੋਂ ਭਾਵ ਇਹ ਰੱਖਿਆ, ਟਿਕਾਇਆ ਹੈ ਸਤਿਗੁਰੂ ਨੇ। ਮਹਾਰਾਜ ਨੇ ਤਾਂ ਹੀ ਕਿਹਾ ਕਿ ਬਾਕੀ ਸਾਰੇ ਕਰਮ ਧਰਮ ਛੱਡ ਕੇ ਤੂੰ ਨਾਮ ਜਪਿਆ ਕਰ, ਪਰਮਾਤਮਾ ਦੀ ਬੰਦਗੀ ਕਰਿਆ ਕਰ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸੱਚਹੁ ਓਰੈ ਸਭ ਕਿਹੋ, ਲੱਖ ਸਿਆਣਪ ਸਭਾ ਥੋੜੀ। ਉੱਪਰ ਸੱਚ ਅਚਾਰ ਚਮੋੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।